ਪ੍ਰਿੰਸੀਪਲ ਨਿਰੰਜਨ ਸਿੰਘ ਦੀ ਪੁਸਤਕ ਪ੍ਰੇਮ ਕਣੀ ਦਾ ਬਾਈਮਾਂਗ। ਜਿੱਥੈ ਜਾਈ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਰਾਵਲਪਿੰਡੀ ਤੋਂ ਕੋਈ 29 ਮੀਲ ਉੱਤਰ ਵੱਲ ਰੇਲਵੇ ਸਟੇਸ਼ਨ ਹਸਨ ਅਬਦਾਲ ਤੋਂ ਮੀਲ ਕੁ ਦੀ ਵਾਟ 'ਤੇ ਇੱਕ ਅਸਥਾਨ ਹੈ ਜੋ ਕਿਸੇ ਵੇਲੇ ਗੁਰੂ ਨਾਨਕ ਦੀ ਚਰਨ ਛੋਹ ਨਾਲ ਪਵਿੱਤਰ ਹੋਇਆ ਸੀ। ਉਂਝ ਤਾਂ ਕਰੋੜਾਂ ਜੀਵ ਇਸ ਸੰਸਾਰ 'ਚ ਆਉਂਦੇ ਆਪਣੀ ਜੀਵਨ ਯਾਤਰਾ ਪੂਰੀ ਕਰਦੇ ਅਣਡਿੱਠੀ ਦੁਨੀਆ ਨੂੰ ਪਧਾਰ ਜਾਂਦੇ ਹੈ। ਕੋਈ ਉਹਨਾਂ ਦਾ ਨਾਮ ਨਿਸ਼ਾਨ ਬਾਕੀ ਨਹੀਂ ਰਹਿੰਦਾ। ਪਰ ਕਦੇ ਕੋਈ ਐਸਾ ਮਹਾਂਪੁਰਸ਼ ਵੀ ਆਉਂਦਾ ਜੋ ਆਤਮਿਕ ਤੌਰ 'ਤੇ ਸਰੀਰਕ ਹੱਦਬੰਦੀਆਂ ਨੂੰ ਤੋੜ ਕੇ ਸਭ ਸ੍ਰਿਸ਼ਟੀ 'ਚ ਲੀਨ ਹੋ ਜਾਂਦਾ ਹੈ। ਸ੍ਰਿਸ਼ਟੀ ਫਿਰ ਉਹਨੂੰ ਅਪਣਾਉਂਦੀ ਹੈ ਅਤੇ ਹਰੇਕ ਅਸਥਾਨ ਨੂੰ ਜੋ ਉਸ ਮਹਾਂਪੁਰਸ਼ ਦੇ ਜੀਵਨ ਨਾਲ ਸੰਬੰਧ ਰੱਖਦਾ ਹੈ ਪੂਜਦੀ ਹੈ। ਪਿਆਰਾ ਗੁਰੂ ਨਾਨਕ ਸਭ ਸ੍ਰਿਸ਼ਟੀ 'ਚ ਪਸਰਿਆ ਹੋਇਆ ਗੁਰੂ ਨਾਨਕ ਉਪਰੋਕਤ ਧਰਤੀ ਨੂੰ ਭਾਗ ਲਾ ਗਿਆ। ਇਤਿਹਾਸ 'ਚ ਲਿਖਿਆ ਕਿ ਜਦ ਸਤਿਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਇਸ ਅਸਥਾਨ 'ਤੇ ਪਹੁੰਚੇ ਤਾਂ ਭਾਈ ਮਰਦਾਨੇ ਨੇ ਕਿਹਾ, ਬਾਬਾ ਜੀ ਤ੍ਰੇਹ ਲੱਗੀ ਹੈ। ਗੁਰੂ ਜੀ ਨੇ ਉਹਨੂੰ ਪਹਾੜੀ ਦੇ ਉੱਪਰ ਮੁਸਲਮਾਨ ਫਕੀਰ ਵਾਲੀ ਕੰਧਾਰੀ ਕੋਲ ਪਾਣੀ ਲੈਣ ਭੇਜਿਆ। ਵਲੀ ਨੇ ਪਾਣੀ ਦੇਣੋਂ ਨਾ ਕਰ ਦਿੱਤੀ ਤੇ ਮਰਦਾਨੇ ਨੂੰ ਕਿਹਾ ਕਿ ਜੇ ਤੇਰਾ ਗੁਰੂ ਇੰਨਾ ਹੀ ਕਰਾਮਾਤੀ ਹੈ ਤਾਂ ਆਪੇ ਪਾਣੀ ਖਿੱਚ ਲਏ। ਤੇ ਮਰਦਾਨੇ ਨੇ ਸਾਰੀ ਵਾਰਤਾ ਗੁਰੂ ਜੀ ਨੂੰ ਸੁਣਾਈ। ਗੁਰੂ ਜੀ ਚੁੱਪ ਹੋ ਕੇ ਅੰਦਰ ਧਿਆਨ ਹੋਏ। ਮਰਦਾਨਾ ਕੀ ਵੇਖਦਾ, ਪਾਣੀ ਦਾ ਚਸ਼ਮਾ ਫੁੱਟ ਪਿਆ। ਵਲੀ ਇਹ ਅਚੰਭਾ ਵੇਖ ਕੇ ਕ੍ਰੋਧਵਾਨ ਹੋ ਗਿਆ ਤੇ ਪਹਾੜ ਦਾ ਇੱਕ ਵੱਡਾ ਪੱਥਰ ਗੁਰੂ ਜੀ ਵੱਲ ਰੋੜ ਦਿੱਤਾ। ਗੁਰੂ ਜੀ ਨੇ ਉਸ ਪੱਥਰ ਨੂੰ ਹੱਥ ਨਾਲ ਥੰਮਿਆ। ਉਸ ਥਾਂ 'ਤੇ ਪੰਜੇ ਦਾ ਨਿਸ਼ਾਨ ਪੈ ਗਿਆ। ਇਸੇ ਲਈ ਇਸ ਪਵਿੱਤਰ ਅਸਥਾਨ ਨੂੰ ਸ੍ਰੀ ਪੰਜਾ ਸਾਹਿਬ ਕਿਹਾ ਜਾਂਦਾ ਹੈ। ਭਾਵੇਂ ਇਸ ਸਾਰੀ ਕਹਾਣੀ ਨੂੰ ਕਈ ਲੋਕ ਮੰਨਣੋਂ ਝਿਜਕਦੇ ਹੈ, ਸਾਡੇ ਇਤਿਹਾਸ 'ਚ ਕੁਝ ਊਣਤਾਈਆਂ ਵੀ ਹੈ, ਪਰ ਇਸ ਵੇਲੇ ਸਾਡਾ ਇਸ ਗੱਲ ਨਾਲ ਵਾਸਤਾ ਨਹੀਂ। ਇਹ ਤਾਂ ਕਿਸੇ ਇਤਿਹਾਸ ਖੋਜੀ ਦਾ ਕੰਮ ਹੈ ਜੋ ਨਿਰਣਾ ਕਰੇ ਕਿ ਇਸ ਵਾਰਤਾ ਵਿੱਚ ਕਿੰਨੀ ਕੁ ਸੱਚਾਈ ਹੈ। ਸਾਡੇ ਲਈ ਤਾਂ ਇੰਨਾ ਹੀ ਕਾਫੀ ਹੈ ਕਿ ਪਵਿੱਤਰ ਅਸਥਾਨ ਪਿਆਰੇ ਗੁਰੂ ਨਾਨਕ ਜੀ ਦੇ ਜੀਵਨ ਦੀ ਯਾਦ ਕਰਾ ਕੇ ਅੰਮ੍ਰਿਤ ਦਾ ਦਾਨ ਦਿੰਦਾ ਹੈ। ਜਿਸ ਸਮੇਂ ਦਾ ਅਸੀਂ ਜ਼ਿਕਰ ਕਰਨ ਲੱਗੇ ਹਾਂ ਉਸ ਸਮੇਂ ਇਸ ਥਾਂ ਇੱਕ ਨਾਬਾਲਗ ਮਹੰਤ ਭਾਈ ਮਿੱਠਾ ਸਿੰਘ ਸੀ। ਉਹਦੇ ਚਾਚਾ ਸਾਹਿਬ ਸਿੰਘ, ਸੰਤ ਸਿੰਘ ਸਰਬਰਾਹ ਮਹੰਤ ਸਨ। ਗੁਰਦੁਆਰੇ ਦਾ ਇੱਕ ਛੋਟਾ ਜਿਹਾ ਮੰਦਿਰ ਹੈ ਜਿਸ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਸਾਹਮਣੇ ਇੱਕ ਛੋਟਾ ਜਿਹਾ ਸਰੋਵਰ ਹੈ ਤੇ ਉਸ 'ਤੇ ਇੱਕ ਸਿਰੇ 'ਤੇ ਪੰਜੇ ਦਾ ਨਿਸ਼ਾਨ ਹੈ ਜਿਸ ਦੇ ਕੋਲੋਂ ਹੀ ਪਾਣੀ ਦਾ ਚਸ਼ਮਾ ਵਗਦਾ ਹੈ। ਸਰੋਵਰ ਦਾ ਜਲ ਅਤ ਨਿਰਮਲ ਤੇ ਸੁੰਦਰ ਹੈ। ਜੇ ਇਸ 'ਚ ਸੂਈ ਵੀ ਸੁੱਟ ਦਈਏ ਤਾਂ ਉਹ ਹੇਠਾਂ ਪਈ ਹੋਈ ਨਜ਼ਰ ਆਉਂਦੀ ਹੈ। ਸਰੋਵਰ ਦੇ ਹੇਠਾਂ ਰੇਤਲੇ ਪੱਥਰ ਹਨ। ਭਾਵੇਂ ਉੱਪਰ ਖਲੋਤਿਆਂ ਪਾਣੀ ਥੋੜ੍ਹਾ ਹੀ ਜਾਪਦਾ ਪਰ ਹੈ ਕਾਫੀ ਡੂੰਘਾ। ਮਾਤਾ ਭਾਗਵੰਤੀ ਦੀ ਸ੍ਰੀ ਪੰਜਾ ਸਾਹਿਬ ਦੀ ਯਾਤਰਾ ਕਰਨ ਦੀ ਇੱਛਾ ਸੀ, ਸੋ ਕੱਲਰ ਤੋਂ ਸਾਰਾ ਜੱਥਾ ਸਿੱਧਾ ਪੰਜੇ ਸਾਹਿਬ ਗਿਆ। ਉੱਥੇ ਜਾ ਕੇ ਇਸ਼ਨਾਨ ਕੀਤਾ ਤੇ ਕੜਾਹ ਪ੍ਰਸ਼ਾਦ ਲੈ ਕੇ ਗੁਰੂ ਜੀ ਦੇ ਹਜ਼ੂਰ ਹਾਜ਼ਰ ਹੋਏ। ਉਦੋਂ ਨਾ ਤਾਂ ਅੱਜ ਕੱਲ੍ਹ ਵਾਲੀ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਸੀ, ਨਾ ਹੀ ਇਹ ਵੱਡੀ ਸਰਾਂ, ਨਾ ਗੁਰੂ ਕਾ ਲੰਗਰ। ਸਗੋਂ ਗੁਰਦੁਆਰੇ ਦੇ ਕੋਲ 2-4 ਕੜਾਹ ਪ੍ਰਸ਼ਾਦ ਦੀਆਂ ਤੇ 2-4 ਮਹਿਰਿਆਂ ਦੀਆਂ ਦੁਕਾਨਾਂ ਸੀ। ਮਹਾਤਮਾ ਜੀ 4 ਦਿਨ ਪੰਜਾ ਸਾਹਿਬ ਠਹਿਰੇ। ਗਰਮੀਆਂ ਦੀ ਬਹਾਰ ਸੀ। ਪੇਸ਼ਾਵਰ ਆਦਿ ਵਿੱਚ ਸੰਗਤਾਂ ਚੰਗੀਆਂ ਜੁੜੀਆਂ ਹੋਈਆਂ ਸਨ। ਮਹਾਤਮਾ ਜੀ ਸਵੇਰੇ ਆਸਾ ਦੀ ਵਾਰ, ਸ਼ਾਮ ਨੂੰ ਰਹਿਰਾਸ ਸਾਹਿਬ ਦਾ ਦੀਵਾਨ ਲਾਉਂਦੇ। ਸੰਗਤਾਂ ਤੇ ਸਰਬਰਾਹ ਮਹੰਤ ਸਾਹਿਬ ਵੀ ਦੋਵੇਂ ਵੇਲੇ ਦੀਵਾਨ ਵਿੱਚ ਹਾਜ਼ਰ ਹੋ ਕੇ ਕੀਰਤਨ ਦਾ ਰਸ ਲੈਂਦੇ। ਸ਼ਾਮ ਦੇ ਦੀਵਾਨ ਦੀ ਸਮਾਪਤੀ ਕਰਨ ਤੋਂ ਪਹਿਲਾਂ ਮਹਾਤਮਾ ਜੀ ਕੋਈ 15 ਕੁ ਮਿੰਟ ਧੰਨ ਗੁਰੂ ਨਾਨਕ ਦੀ ਧੁਨੀ ਅਲਾਪਦੇ। ਮਹਾਤਮਾ ਜੀ ਤੇ ਭਾਈ ਰਾਮ ਸਿੰਘ ਅੱਗੇ ਪੜ੍ਹਦੇ, ਉਹਨਾਂ ਦੇ ਪਿੱਛੇ ਸਿੰਘ ਤੇ ਫਿਰ ਸਿੰਘਣੀਆਂ। ਜਿਸ ਵੇਲੇ ਧੁਨੀ ਸ਼ੁਰੂ ਹੋਵੇ ਸੰਗਤਾਂ ਉੱਠਣੀਆਂ ਸ਼ੁਰੂ ਹੋ ਜਾਣ। ਇੱਕ ਦਿਨ ਕੀਰਤਨ ਦੇ ਵਿੱਚ ਪ੍ਰਮਾਣ ਦਿੰਦਿਆਂ ਮਹਾਤਮਾ ਜੀ ਨੇ ਕਿਹਾ, ਪਿਆਰੀ ਸਾਧ ਸੰਗਤ, ਇਹ ਠੀਕ ਹੈ ਕਿ ਸਤਿਗੁਰੂ ਨਾਨਕ ਨੇ ਜਿਸ ਤਰ੍ਹਾਂ ਪੋਲਾ ਤੇ ਮਿੱਠਾ ਕੜਾਹ ਪ੍ਰਸ਼ਾਦ ਤੁਹਾਨੂੰ ਬਖਸ਼ਿਆ ਹੈ, ਉਸੇ ਤਰ੍ਹਾਂ ਡੂੰਘੇ ਆਤਮਕ ਭੇਦਾਂ ਨੂੰ ਸੁਖੈਨ ਤੇ ਰਸਦਾਇਕ ਬਾਣੀ ਤੇ ਕੀਰਤਨ ਦੁਆਰਾ ਆਪ ਨੇ ਪੇਸ਼ ਕੀਤਾ ਹੈ। ਇਹ ਵੀ ਠੀਕ ਹੈ ਕਿ ਕੜਾਹ ਪ੍ਰਸ਼ਾਦ ਤੇ ਕੀਰਤਨ ਸਿੱਖ ਧਰਮ ਦੀ ਵਿਸ਼ੇਸ਼ਤਾ ਹੈ। ਮੰਦਿਰ 'ਚ ਜਾਓ, ਮਸੀਤ 'ਚ ਜਾਓ, ਗਿਰਜੇ 'ਚ ਜਾਓ, ਉਹਨਾਂ ਵਿੱਚ ਨਾ ਕੜਾਹ ਪ੍ਰਸ਼ਾਦ ਨਾ ਕੀਰਤਨ। ਕੀਰਤਨ ਕੇਵਲ ਸਿੱਖ ਧਰਮ ਦਾ ਹੀ ਅੰਗ ਹੈ। ਪਰ ਆਪ ਨੂੰ ਚੇਤੇ ਰੱਖਣਾ ਚਾਹੀਦਾ ਕਿ ਅਸਲ ਗਿਰੀ ਕੜਾਹ ਪ੍ਰਸ਼ਾਦ ਦਾ ਛਕਣਾ ਤੇ ਸੁਰੀਲੀਆਂ ਸੁਰਾਂ ਦਾ ਸੁਣ ਛੱਡਣਾ ਹੀ ਨਹੀਂ, ਸਗੋਂ ਸਹੀ ਵਸਤੂ ਤਾਂ ਪਰਮਾਤਮਾ ਦਾ ਨਾਮ ਹੈ, ਉਹਦਾ ਜਸ ਗਾਇਨ ਕਰਨਾ ਹੈ। ਸ਼ਾਮ ਦੇ ਦੀਵਾਨ ਦੀ ਸਮਾਪਤੀ ਵੇਲੇ ਜਦ ਧੰਨ ਗੁਰੂ ਨਾਨਕ ਦੀ ਧੁਨੀ ਸ਼ੁਰੂ ਹੁੰਦੀ ਉਦੋਂ ਸੰਗਤਾਂ ਤੁਰਨੀਆਂ ਸ਼ੁਰੂ ਕਰ ਦਿੰਦੀਆਂ ਤੇ ਇਹ ਪ੍ਰਤੀਤ ਹੁੰਦਾ ਕਿ ਸੰਗਤਾਂ ਨੂੰ ਸਤਿਗੁਰੂ ਨਾਨਕ ਨਾਲ ਇੰਨਾ ਪਿਆਰ ਨਹੀਂ ਜਿੰਨਾ ਰਾਗ ਜਾਂ ਕੰਨ ਰਸ ਨਾਲ ਹੈ। ਮੈਨੂੰ ਇਸ ਪਰਥਾਏ ਇੱਕ ਵਾਰਤਾ ਚੇਤੇ ਆਈ ਹੈ। ਮਹਾਰਾਸ਼ਟਰ 'ਚ ਇੱਕ ਮਹਾਤਮਾ ਗੁਰੂ ਦੇ ਲਾਲ ਰਹਿੰਦੇ ਸੀ। ਭਜਨੀਕ ਤੇ ਨਾਮ ਦੇ ਰਸੀਏ, ਕੀਰਤਨ ਦੇ ਵੀ ਗੁਣੀ ਸੀ। ਇੱਕ ਦਿਨ ਉਹਨਾਂ ਐਲਾਨ ਕੀਤਾ ਕਿ ਰਾਤ ਨੂੰ ਫਲਾਣੀ ਥਾਂ 'ਤੇ ਕੀਰਤਨ ਹੋਏਗਾ। ਲੋਕੀ ਖੂਬ ਹੁਮਾ ਕੇ ਆਏ ਤੇ ਮਹਾਤਮਾ ਜੀ ਨੇ ਆਪਣਾ ਸਰੰਦਾ ਸੁਰ ਕੀਤਾ, ਲੱਗੇ ਕੀਰਤਨ ਕਰਨ। 2-4 ਤੁਕਾਂ ਪੜ੍ਹਨ ਤੋਂ ਪਿੱਛੋਂ ਬੀਠਲ ਸ਼ਬਦ ਆਇਆ। ਮਹਾਤਮਾ ਜੀ ਬੀਠਲ ਦੇ ਸ਼ਬਦ ਵਿੱਚ ਹੀ ਐਸੇ ਮਗਨ ਹੋਏ ਕਿ ਇੱਕੋ ਸ਼ਬਦ ਬੀਠਲ 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 ਗਾਉਂਦੇ ਚਲੇ ਗਏ।
ਲੋਕੀ ਤੰਗ ਆ ਕੇ ਉੱਠਣੇ ਸ਼ੁਰੂ ਹੋ ਗਏ। ਲਗਭਗ ਸਾਰੇ ਉੱਠ ਗਏ, ਪਰ ਉਹ ਬੀਠਲ ਦੀ ਧੁਨੀ ਸਾਰੀ ਰਾਤ ਜਾਰੀ ਰਹੀ। ਸਵੇਰੇ ਕੋਈ 4 ਵਜੇ ਜਦ ਮਹਾਤਮਾ ਜੀ ਦੀ ਤਾੜੀ ਖੁੱਲੀ ਵੇਖਦੇ ਆ ਕਿ ਇੱਕ ਗੁਰਮੁਖ ਬੈਠਾ ਹੈ, ਬਹੁਤ ਪ੍ਰਸੰਨ ਹੋਏ ਕਹਿਣ ਲੱਗੇ, ਧੰਨ ਭਾਗ ਇੱਕ ਤਾਂ ਮੇਰਾ ਬੀਠਲ ਦਾ ਪਿਆਰਾ ਨਿੱਤਰ ਹੈ। ਤੇ ਉਹ ਸੱਜਣ ਕਹਿਣ ਲੱਗਾ, ਬਾਬਾ ਪਰੇ ਹੱਟ, ਮੇਰਾ ਖੇਸ ਛੱਡ, ਮੇਰੀ ਰਾਤ ਨੂੰ ਐਵੇਂ ਜਾਇਆ ਕੀਤੀ, ਮੇਰਾ ਖੇਸ ਤੇਰੇ ਹੇਠਾਂ ਆ ਗਿਆ ਸੀ, ਮੈਂ ਛੱਡ ਕੇ ਕਿਵੇਂ ਜਾਂਦਾ। ਸੋ ਗੁਰਮੁਖ ਹੋ, ਕੇਵਲ ਕੀਰਤਨ ਦੀ ਮਿਠਾਸ ਦੇ ਭੌਰੇ ਨਾ ਬਣੋ। ਬੀਠਲ ਪਿਆਰੇ ਗੁਰੂ ਨਾਨਕ ਦੇ ਚਰਨਾਂ ਨਾਲ ਚਿੱਤ ਜੋੜਿਆ ਕਰੋ। ਗੁਰੂ ਨਾਨਕ ਪਦ ਸੁਣਦਿਆਂ ਹੀ ਤੁਹਾਡੇ ਅੰਦਰ ਇੱਕ ਝਰਨਾਹਟ ਪੈਦਾ ਹੋਣੀ ਚਾਹੀਦੀ ਹੈ। ਇਹ ਹੈ ਸੱਚੇ ਜੀਵਨ ਦੀ ਨਿਸ਼ਾਨੀ। ਸੱਜਣੋ, ਧੰਨ ਗੁਰੂ ਨਾਨਕ ਦਾ ਤੁਹਾਡੇ ਲਈ ਇੱਕ ਨਸ਼ਾ ਹੈ, ਇਹਨੂੰ ਪੀਓ, ਆਪਣੇ ਅੰਦਰ ਨਾਮ ਦੀ ਖੁਮਾਰੀ ਪੈਦਾ ਕਰੋ। 4 ਦਿਨ ਉਪਰੰਤ ਸ੍ਰੀ ਪੰਜਾ ਸਾਹਿਬ ਤੋਂ ਕੂਚ ਹੋਇਆ। ਮਹੰਤ ਜੀ ਨੇ ਦੀਵਾਨ ਵਿੱਚ ਮਹਾਤਮਾ ਜੀ ਨੂੰ ਸਰੂਪਾ ਦਿੱਤਾ ਤੇ ਮਹਾਤਮਾ ਜੀ ਦੀ ਤੇ ਮਾਤਾ ਜੀ ਦੀ ਸ਼ਲਾਘਾ ਕੀਤੀ ਤੇ ਮਾਤਾ ਜੀ ਨੂੰ ਕਹਿਣ ਲੱਗੇ, ਆਪ ਧੰਨੋ ਜਿਨ੍ਹਾਂ ਦੀ ਕੁੱਖ ਤੋਂ ਐਸਾ ਭਗਤ ਪੈਦਾ ਹੋਇਆ। ਜਨਨੀ ਜਨੇ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਾਹੀਂ ਤਾਂ ਜਨਨੀ ਬਾਂਝ ਰਹੇ, ਕਾਹੇ ਗਵਾਵੇ ਨੂਰ। ਮਹੰਤ ਜੀ ਤੇ ਹੋਰ ਸਭ ਸੰਗਤ ਮਹਾਤਮਾ ਜੀ ਨਾਲ ਹਸਨ ਅਬਦਾਲ ਸਟੇਸ਼ਨ ਤੱਕ ਉਹਨਾਂ ਨੂੰ ਗੱਡੀ ਚੜਾਉਣ ਆਏ ਤੇ ਬੜੇ ਪ੍ਰੇਮ ਨਾਲ ਵਿਦਾ ਕਰਕੇ ਗੱਡੀ ਚੱਲਣ ਪਿੱਛੋਂ ਵਾਪਸ ਮੁੜੇ। ਅੰਗ 23ਵਾਂ। ਮਜ਼ਹਬਾਂ ਦੇ ਦਰਵਾਜ਼ੇ ਉੱਚੇ, ਇੱਕ ਫਕਰਾਂ ਦੀ ਮੋਰੀ ਬੁੱਲਿਆ, ਇਹਨਾਂ ਕਾਜ਼ੀਆਂ ਪੰਡਤਾਂ ਪਾਸੋਂ ਜੋ ਲੰਘਿਆ ਸੋ ਚੋਰੀ। ਦੁਨੀਆ ਦੇ ਲੋਕਾਂ ਦੀ ਧਰਮ ਤੋਂ ਬਿਨਾਂ ਕਲਿਆਣ ਨਹੀਂ ਹੋ ਸਕਦੀ। ਧਰਮ ਸੰਸਾਰ ਦੇ ਉਸ ਪੰਥ ਅਥਵਾ ਰਾਹ ਦਾ ਨਾਂ ਹੈ ਜਿਸ ਉੱਤੇ ਚੱਲਣ ਨਾਲ ਮਨੁੱਖ ਦੀ ਆਤਮਿਕ ਕੋਮਲਤਾ ਵੱਧਦੀ ਹੈ। ਉਹ ਆਪ ਸੁਖੀ ਹੁੰਦਾ ਹੈ, ਦੂਜਿਆਂ ਨੂੰ ਸੁੱਖ ਪਹੁੰਚਾਉਣ ਦਾ ਕਾਰਨ ਬਣਦਾ ਹੈ। ਧਰਮ ਦੀ ਨੀਂਹ ਸੰਸਾਰ 'ਚ ਇੱਕੋ ਜੋਤ ਦੀ ਵਿਆਪਕਤਾ ਉੱਤੇ ਧਰੀ ਗਈ ਹੈ। ਇਹਦੇ 2 ਅੰਗ, ਸਿਮਰਨ ਤੇ ਸੇਵਾ। ਜਿਸ ਮਨੁੱਖ ਨੂੰ ਉਸ ਸਰਵਵਿਆਪੀ ਜੋਤ ਦੀ ਯਾਦ ਰਹਿੰਦੀ ਹੈ, ਉਹ ਹਰੇਕ ਜੀਵ ਵਿੱਚ ਉਸੇ ਜੋਤ ਨੂੰ ਵੇਖਦਾ ਹੈ, ਉਹਦੀ ਸੇਵਾ ਕਰਕੇ ਪ੍ਰਸੰਨ ਹੁੰਦਾ ਹੈ। ਭਾਈ ਘਨੱਈਏ ਵਰਗੇ ਗੁਰਸਿੱਖਾਂ ਦੀ ਬਿਰਤੀ ਇੰਨੀ ਬਦਲ ਗਈ ਸੀ ਕਿ ਉਹਨਾਂ ਨੂੰ ਸਭ ਥਾਈਂ ਪਰਮਾਤਮਾ ਦਾ ਸਰੂਪ ਹੀ ਨਜ਼ਰ ਆਉਂਦਾ ਸੀ। ਤੇ ਜਦ ਸਿੱਖ ਭਾਈ ਘਨੱਈਏ ਨੂੰ 10ਮ ਪਾਤਸ਼ਾਹ ਕੋਲ ਫੜ ਕੇ ਲੈ ਗਏ, ਉਹ ਸ਼ਿਕਾਇਤ ਕਰਨ ਲੱਗੇ ਕਿ ਇਹ ਦੁਸ਼ਮਣਾਂ ਨੂੰ ਪਾਣੀ ਪਿਆਉਂਦਾ ਹੈ। ਤਾਂ ਗੁਰੂ ਜੀ ਨੇ ਪੁੱਛਿਆ ਵੀ ਕਿਉਂ ਭਾਈ ਘਨੱਈਆ, ਕੀ ਗੱਲ ਹੈ? ਭਾਈ ਘਨੱਈਏ ਨੇ ਜੁੜੇ ਹੱਥਾਂ ਨਾਲ ਨਿਮਰਤਾ ਸਹਿਤ ਕਿਹਾ, ਮਹਾਰਾਜ ਮੈਂ ਤਾਂ ਕੇਵਲ ਆਪ ਨੂੰ ਪਾਣੀ ਪਿਆਉਣਾ, ਮੈਨੂੰ ਤਾਂ ਕੋਈ ਦੂਜਾ ਨਜ਼ਰ ਨਹੀਂ ਆਉਂਦਾ। ਕਬੀਰ ਤੂੰ ਕਰਤਾ ਤੂੰ ਮੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਇਸ ਬਿਰਤੀ ਦੇ ਪੈਦਾ ਹੋਣ ਤੋਂ ਬਿਨਾਂ ਸੰਸਾਰ 'ਚ ਪਸ਼ੂ ਬਿਰਤੀ ਹੀ ਪ੍ਰਬਲ ਰਹੇਗੀ। ਪਸ਼ੂ ਬਿਰਤੀ ਦਾ ਵਸ਼ ਸਿੱਟਾ ਇੱਕ ਦੂਜੇ ਨੂੰ ਧੁੱਸਾ ਮਾਰਨੀਆਂ, ਇੱਕ ਦੂਜੇ ਤੋਂ ਖੋਹਣਾ, ਇੱਕ ਦੂਜੇ ਨੂੰ ਮਾਰਨਾ ਹੈ। ਜਿਉਂ-ਜਿਉਂ ਸੰਸਾਰ ਦਿਮਾਗੀ ਤਰੱਕੀ ਕਰੇਗਾ, ਧੁੱਸਾ ਮਾਰਨ ਦੀ ਤਰ੍ਹਾਂ ਇੱਕ ਦੂਜੇ ਨੂੰ ਬਰਬਾਦ ਕਰਨ ਦੇ ਨਵੇਂ ਤੋਂ ਨਵੇਂ ਇੰਜਣ ਪੈਦਾ ਕਰੇਗਾ। ਜਦ ਤੱਕ ਮਨੁੱਖ ਦੀ ਬਿਰਤੀ ਨਹੀਂ ਬਦਲਦੀ, ਜਦ ਤੱਕ ਇਨਸਾਨ 'ਚ ਕੋਮਲਤਾ ਨਹੀਂ ਆਉਂਦੀ, ਸੰਸਾਰ 'ਚ ਕਦੀ ਚੈਨ ਤੇ ਸ਼ਾਂਤੀ ਨਹੀਂ ਹੋ ਸਕਦੀ। ਕੋਈ ਸਮਾਂ ਸੀ ਇਨਸਾਨ ਆਪਣੇ ਬਜ਼ੁਰਗਾਂ ਦੇ ਮੁਰਦੇ ਖਾਂਦੇ ਸੀ, ਪਸ਼ੂਆਂ ਵਾਂਗ ਇੱਕ ਦੂਜੇ ਨੂੰ ਮਾਰਦੇ ਸੀ। ਨਾ ਮੁਰਦੇ ਖਾਣ 'ਚ ਉਹਨਾਂ ਨੂੰ ਕਰੀਚ ਆਉਂਦੀ ਤੇ ਨਾ ਹੀ ਆਪ ਤੋਂ ਕਮਜ਼ੋਰਾਂ ਨੂੰ ਮਾਰਨ 'ਚ ਕੋਈ ਝੱਕ ਆਉਂਦਾ ਸੀ। ਸਹਿਜੇ ਸਹਿਜੇ ਸਮਾਂ ਬਦਲਿਆ। ਪੈਗੰਬਰਾਂ, ਕਵੀਆਂ, ਮੁਸੱਵਰਾਂ, ਸਾਇੰਸਦਾਨਾਂ ਦੇ ਸਦੀਆਂ ਦੇ ਖਿਆਲਾਂ ਤੇ ਸੁਪਨਿਆਂ ਨੇ ਮਨੁੱਖ ਵਿੱਚ ਤਰੱਕੀ ਪੈਦਾ ਕੀਤੀ। ਮਨੁੱਖ ਦਾ ਹਿਰਦਾ ਕੋਮਲ ਹੋ ਗਿਆ ਤੇ ਉਹਨੂੰ ਮੁਰਦੇ ਖਾਣੋਂ ਨਫ਼ਰਤ ਪੈਦਾ ਹੋ ਗਈ। ਗਰੀਬ ਤੇ ਨਿਰਬਲ ਵੈਰੀਆਂ ਤੇ ਕੁਝ ਦਇਆ ਸ਼ੁਰੂ ਹੋ ਗਈ, ਪਰ ਇਹ ਜਜ਼ਬੇ ਅਜੇ ਤੱਕ ਸਰਬ ਮਨੁੱਖ ਜਾਤੀ 'ਚ ਪਸਰੇ ਨਹੀਂ ਤਾਂ ਸੰਸਾਰ 'ਚ ਮਹਾਂ ਘੋਰ ਜੰਗ ਇੰਨੀ ਛੇਤੀ ਨਾ ਹੁੰਦੇ। ਫਿਲਾਸਫੀ, ਸਾਇੰਸ, ਕਵਿਤਾ, ਹੁਨਰ ਇਹ ਸਭ ਧਰਮ ਦੇ ਸਹਾਇਕ ਹਨ, ਪਰ ਅਸਲ ਧਰਮ ਹੀ ਇਨਸਾਨੀ ਬਿਰਤੀ ਨੂੰ ਬਦਲ ਕੇ ਦੁਨੀਆ 'ਚ ਸਤਯੁਗ ਲਿਆ ਸਕਦਾ ਹੈ। ਜਦ ਕੋਈ ਮਹਾਂਪੁਰਸ਼ ਦੁਨੀਆ 'ਚ ਅਵਤਾਰ ਧਾਰਦਾ ਹੈ, ਧਰਮ ਦੇ ਖਿਆਲਾਂ ਨੂੰ ਨਵੇਂ ਰੂਪ 'ਚ ਪ੍ਰਗਟ ਕਰਦਾ ਹੈ, ਤਾਂ ਇਹਨਾਂ ਖਿਆਲਾਂ ਦਾ ਪ੍ਰਚਾਰ ਕਰਨ ਲਈ ਇੱਕ ਜਥੇਬੰਦ ਧਰਮ ਬਣ ਜਾਂਦਾ ਹੈ। ਇਸ ਜਥੇਬੰਦੀ ਦੇ ਕੁਦਰਤੀ ਤੌਰ 'ਤੇ ਕਈ ਚਿੰਨ੍ਹ ਹੁੰਦੇ ਹਨ। ਕੁਝ ਚਿਰ ਬਾਅਦ ਜਦ ਅਵਤਾਰ ਸੰਸਾਰ ਯਾਤਰਾ ਖਤਮ ਕਰ ਜਾਂਦਾ ਹੈ ਤੇ ਧਰਮ ਦਾ ਸੋਮਾ ਵਗਣੋਂ ਘਟਣ ਲੱਗ ਪੈਂਦਾ ਹੈ। ਹੌਲੀ-ਹੌਲੀ ਧਾਰਮਿਕ ਜਥੇਬੰਦੀ ਦੇ ਬਾਹਰਲੇ ਚਿੰਨ੍ਹ ਧਾਰਮਿਕ ਖਿਆਲਾਂ ਦੀ ਥਾਂ ਲੈ ਲੈਂਦੇ ਆ, ਜਿਸ ਕਰਕੇ ਧਾਰਮਿਕ ਜ਼ਿੰਦਗੀ ਦੀ ਥਾਂ ਆਖਰ ਪੋਚਾ-ਪਾਚੀ ਰਹਿ ਜਾਂਦੀ ਹੈ। ਜਿਸ ਵਕਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ 'ਚ ਜਨਮ ਲਿਆ ਤਾਂ ਬ੍ਰਾਹਮਣਾਂ ਦੇ ਧਰਮ ਦੀ ਇਹ ਅਵਸਥਾ ਹੋ ਚੁੱਕੀ ਸੀ। ਮੱਥਾ ਟਿਕਾ ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਸਾਈ। ਤਾਂ ਹੀ ਗੁਰੂ ਸਾਹਿਬ ਨੇ ਆਪਣੀ ਬਾਣੀ 'ਚ ਇਹਨਾਂ ਦੇ ਬਾਹਰਲੇ ਚਿੰਨ੍ਹਾਂ ਨੂੰ ਨਿੰਦਿਆ। ਗੁਰੂ ਜੀ ਨੇ ਫਰਮਾਇਆ ਹੈ, ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿੰਨੇ ਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਤੇ ਫਿਰ ਬ੍ਰਾਹਮਣ ਨੂੰ ਕਿਹਾ, ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵੱਟ, ਇਹ ਜਨੇਊ ਜੀ ਕਾ ਹਈ ਤਾਂ
ਪਾਂਡੇ ਘੱਤ, ਨਾ ਏ ਟੁੱਟੇ ਨਾ ਮਲ ਲੱਗੇ, ਨਾ ਏ ਜਲੇ ਨਾ ਜਾਏ, ਧਨ ਸੋ ਮਾਨਸ ਨਾਨਕਾ, ਜੋ ਗੱਲ ਚੱਲੇ ਪਾਏ। ਪਰਮਾਤਮਾ ਦੇ ਰੰਗ ਨਿਆਰੇ ਹੈ। ਕੋਈ ਆਦਮੀ ਕਿਸੇ ਗੱਲ 'ਤੇ ਹੰਕਾਰ ਨਹੀਂ ਕਰ ਸਕਦਾ। ਜੇ ਕੋਈ ਜਤੀ ਹੈ ਉਹਦੀ ਸੱਤਿਆ ਕਰਕੇ, ਜੇ ਕੋਈ ਸਤੀ ਹੈ ਤਾਂ ਉਹਦੀ ਕਿਰਪਾ ਕਰਕੇ। ਦੇਖੋ ਭਾਈ ਜੋਗਾ ਸਿੰਘ ਦਾ ਹਾਲ। ਲਾਵਾਂ ਸ਼ੁਰੂ ਹੋਣ ਲੱਗੀਆਂ, ਗੁਰੂ ਦਾ ਫਰਮਾਨ ਆਉਂਦਾ ਹੈ, ਹਾਜ਼ਰ ਹੋ। ਆਪਣਾ ਵਿਆਹ ਵਿੱਚੇ ਛੱਡ ਕੇ ਤੁਰ ਪੈਂਦੇ ਹੈ। ਰਾਹ 'ਚ ਦਿਲ 'ਚ ਹੰਕਾਰ ਆਉਂਦਾ ਹੈ ਕਿ ਗੁਰੂ ਮੇਰੇ 'ਤੇ ਬਹੁਤ ਖੁਸ਼ ਹੋਏਗਾ, ਮੈਂ ਕਿੱਡਾ ਕੁਰਬਾਨੀ ਵਾਲਾ ਸਿੱਖ ਹਾਂ। ਵਿਆਹ ਵਿੱਚੇ ਛੱਡ ਕੇ ਗੁਰੂ ਵੱਲ ਤੁਰ ਪਿਆ। ਹੰਕਾਰ ਨੇ ਮਨ ਨੂੰ ਮਲੀਨ ਕੀਤਾ। ਉਹੀ ਭਾਈ ਜੋਗਾ ਸਿੰਘ ਜੋ ਆਪਣੀ ਵਹੁਟੀ ਨੂੰ ਖਾਰਿਆਂ 'ਤੇ ਬੈਠੀ ਛੱਡ ਆਇਆ ਸੀ, ਇੱਕ ਵੇਸਵਾ ਦੀ ਸ਼ੋਖ ਅੱਖ ਦਾ ਸ਼ਿਕਾਰ ਹੋ ਕੇ ਮਸਾਂ ਬਚਦਾ ਹੈ। ਇਸ ਲਈ ਦੁਨੀਆ 'ਚ ਕੋਈ ਮਨੁੱਖ ਜਾਂ ਕੋਈ ਜਥੇਬੰਦੀ ਇਹ ਹੰਕਾਰ ਨਹੀਂ ਕਰ ਸਕਦੀ ਕਿ ਮੇਰੇ 'ਚ ਗੁਣ ਹਨ। ਨਿਮਰਤਾ ਸਹਿਤ ਪਰਮਾਤਮਾ ਦੀ ਕਿਰਪਾ ਦਾ ਹੀ ਪਾਤਰ ਰਹਿਣਾ ਚਾਹੀਦਾ ਹੈ। ਇਹ ਪਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ। ਜਿਸ ਧਰਮ ਦਾ ਬਾਨੀ ਭਰਮਾਂ ਪਖੰਡਾਂ ਤੇ ਬਾਹਰਲੇ ਚਿੰਨ੍ਹਾਂ ਦਾ ਇੰਨਾ ਖੰਡਨ ਕਰਦਾ ਹੈ, ਉਹੀ ਧਰਮ ਬ੍ਰਾਹਮਣ ਧਰਮ ਵਾਂਗ ਭਰਮਾਂ ਤੇ ਪਖੰਡਾਂ ਦਾ ਸ਼ਿਕਾਰ ਹੋ ਗਿਆ। ਹੁਣ ਦੇ ਸਿੱਖ ਨਿਰਾ ਬਾਹਰ ਦੇ ਚਿੰਨ੍ਹਾਂ ਤੇ ਬਹੁਤਾ ਜ਼ੋਰ ਦਿੰਦੇ ਆ, ਅਸਲੀ ਸਿੱਖੀ ਜੀਵਨ ਤੇ ਘੱਟ ਹੈ। ਇੱਕ ਸਿੱਖ ਮੁੰਡਾ ਸੁਰਜੀਤ ਸਿੰਘ ਜੀ ਦੇ ਮਾਤਾ ਪਿਤਾ ਛੋਟੀ ਉਮਰ 'ਚ ਹੀ ਗੁਜ਼ਰ ਗਏ ਸੀ। ਇੱਕ ਈਸਾਈ ਸਕੂਲ 'ਚ ਹੀ ਪੜ੍ਹਦਾ ਰਿਹਾ। ਫਿਰ ਉਹ ਖਾਲਸਾ ਕਾਲਜ 'ਚ ਦਾਖਲ ਹੋ ਗਿਆ। ਉਪਰੰਤ FA ਪਾਸ ਕਰਕੇ ਗਾਰਡਨ ਕਾਲਜ ਰਾਵਲਪਿੰਡੀ 'ਚ ਦਾਖਲ ਹੋਇਆ। ਈਸਾਈ ਬਣ ਗਿਆ। ਜਦ ਉਹਨੂੰ ਪੁੱਛਿਆ ਗਿਆ ਕਿ ਤੂੰ ਸਿੱਖ ਧਰਮ ਨਾਲੋਂ ਈਸਾਈ ਧਰਮ 'ਚ ਕੀ ਵਾਧਾ ਵੇਖਿਆ, ਕਹਿਣ ਲੱਗਾ ਮੈਂ ਦੋਹਾਂ ਧਰਮਾਂ ਦੀਆਂ ਬਰੀਕੀਆਂ 'ਚ ਤਾਂ ਗਿਆ ਨਹੀਂ, ਪਰ ਮੈਨੂੰ ਈਸਾਈ ਪ੍ਰੋਫੈਸਰਾਂ 'ਚ ਸਿੱਖ ਪ੍ਰੋਫੈਸਰਾਂ ਨਾਲੋਂ ਜ਼ਿਆਦਾ ਇਖਲਾਕ, ਜ਼ਿਆਦਾ ਸੱਚਾਈ ਤੇ ਜ਼ਿਆਦਾ ਹਮਦਰਦੀ ਨਜ਼ਰ ਆਈ। ਨੌਜਵਾਨਾਂ ਵਿੱਚ ਅੱਜ ਕੱਲ੍ਹ ਜੋ ਧਰਮ ਤੋਂ ਬੇਰੁਖੀ ਮਹਿਸੂਸ ਹੁੰਦੀ ਹੈ, ਉਹਦਾ ਅਸਲ ਕਾਰਨ ਇਹ ਹੈ ਕਿ ਸਾਡੇ ਲੰਮਿਆਂ ਦਾੜਿਆਂ ਵਾਲੇ, ਭਖਦਿਆਂ ਚਿਹਰਿਆਂ ਵਾਲੇ, ਸੋਹਣੇ ਕੱਪੜਿਆਂ ਵਾਲੇ ਪ੍ਰਚਾਰਕ ਅਸਲੀ ਸਿੱਖੀ ਜੀਵਨ ਤੋਂ ਥੋਥੇ ਹੈ। ਤੇ ਜਦ ਨੌਜਵਾਨ ਉਹਨਾਂ ਦੀ ਕਥਨੀ ਤੇ ਕਰਨੀ ਦਾ ਮੁਕਾਬਲਾ ਕਰਦੇ ਆ ਤਾਂ ਉਹਨਾਂ ਬੰਦਿਆਂ ਤੋਂ ਨਫ਼ਰਤ ਹੋਣ ਦੇ ਕਾਰਨ ਉਸ ਅਮੋਲ ਵਸਤੂ ਧਰਮ ਨਾਲ ਵੀ, ਜਿਹਦੇ ਇਹੋ ਜਿਹੇ ਭੈੜੇ ਬੰਦੇ ਠੇਕੇਦਾਰ ਬਣੇ ਹੋਏ ਆ, ਨਫ਼ਰਤ ਹੋ ਜਾਂਦੀ। ਜਿਸ ਸਮੇਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਉਸ ਸਮੇਂ 'ਚ ਇਸ ਸ਼੍ਰੇਣੀ ਦਾ ਇੱਕ ਵੱਡਾ ਨਮੂਨਾ ਰਾਵਲਪਿੰਡੀ 'ਚ ਵਸਦਾ ਸੀ, ਜਿਹਦਾ ਸ਼ੁਭ ਨਾਮ ਮਾਸਟਰ ਸੰਤ ਸਿੰਘ ਸੀ ਤੇ ਗਵਰਨਮੈਂਟ ਹਾਈ ਸਕੂਲ 'ਚ ਪੰਜਾਬੀ ਦਾ ਟੀਚਰ ਸੀ। ਮਾਸਟਰ ਸੰਤ ਸਿੰਘ ਇੱਕ ਲੰਮਾ ਖੂਬਸੂਰਤ ਜਵਾਨ ਸੀ। ਗੋਰਾ ਰੰਗ, ਬੀਬਾ ਦਾੜਾ, ਖੁੱਲੀ ਪੇਸ਼ਾਨੀ, ਬਾਹਰ ਮੁਖੀ ਚਿੰਨ੍ਹਾਂ 'ਚ ਬੜਾ ਕੱਟੜ ਸਿੱਖ ਸੀ ਤੇ 5 ਕਕਾਰਾਂ ਦੀ ਰਹਿਤ ਵਿੱਚ ਤਿਆਰ ਬਰ ਤਿਆਰ, ਅੰਮ੍ਰਿਤ ਵੇਲੇ ਉੱਠਣ ਵਾਲਾ, 5 ਬਾਣੀਆਂ ਦਾ ਪਾਠੀ, ਕਥਾ ਕੀਰਤਨ ਵਿਖਿਆਨ 'ਚ ਮਾਹਰ। ਕਈ ਚੰਗੇ ਤੋਂ ਚੰਗੇ ਆਦਮੀ ਮਾਸਟਰ ਸੰਤ ਸਿੰਘ ਦੇ ਕਥਾ ਵਿਖਿਆਨ ਦੇ ਆਸ਼ਕ ਸੀ। ਉਹਦਾ ਰਾਵਲਪਿੰਡੀ ਸ਼ਹਿਰ ਦੇ ਸਾਰੇ ਇਲਾਕੇ 'ਚ ਚੰਗਾ ਰਸੂਖ ਸੀ। ਡਿਪਟੀ ਕਮਿਸ਼ਨਰ ਤੇ ਬਾਕੀ ਮੁਕਾਮੀ ਅਫਸਰਾਂ ਨਾਲ ਉਹਦੀ ਚੰਗੀ ਰਸਾਈ ਸੀ। ਵੱਡੇ ਵੱਡੇ ਸਰਦਾਰ ਬਹਾਦਰ ਵੀ ਉਹ ਤੋਂ ਭੈ ਖਾਂਦੇ ਸੀ ਤੇ ਇਹਨਾਂ ਸਭ ਗੁਣਾਂ ਵਾਲਾ ਮਾਸਟਰ ਸੰਤ ਸਿੰਘ ਧਰਮ ਦੀ ਅਸਲੀਅਤ ਤੋਂ ਥੋਥਾ ਸੀ। ਸ਼ਹਿਰ 'ਚ ਆਮ ਲੋਕਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਮਾਸਟਰ ਸੰਤ ਸਿੰਘ ਦਾ ਆਪਣੇ ਗੁਆਂਢੀ ਦੀ ਇਸਤਰੀ ਨਾਲ ਅਯੋਗ ਸੰਬੰਧ ਹੈ। ਮਾਸਟਰ ਸੰਤ ਸਿੰਘ ਆਪਣੇ ਮਤਲਬ ਦੀ ਪੂਰਤੀ ਲਈ ਸੱਚ ਝੂਠ ਬੋਲਣੋਂ ਸੰਕੋਚ ਨਹੀਂ ਸੀ ਕਰਦਾ। ਜੇ ਕੋਈ ਗਰੀਬ ਗੁਰਬਾ ਉਸ ਅੱਗੇ ਸਿਰ ਚੁੱਕੇ ਉਹਨੂੰ ਬੁਰੀ ਤਰ੍ਹਾਂ ਦਬਾਉਂਦਾ ਸੀ। ਇੱਕ ਵੇਰਾਂ ਜਦ ਮਾਸਟਰ ਸੰਤ ਸਿੰਘ ਜੀ ਸਿੰਘ ਸਭਾ ਦੇ ਗੁਰਦੁਆਰੇ 'ਚ ਵਿਖਿਆਨ ਦੇ ਰਹੇ ਸੀ ਤਾਂ ਇੱਕ ਸਬਜ਼ੀ ਫਰੋਸ਼ ਭਾਈ ਕਰਮ ਸਿੰਘ ਨੇ ਉੱਠ ਕੇ ਕਿਹਾ ਕਿ ਅਜਿਹੇ ਨੀਵੇਂ ਚਾਲ ਚੱਲਣ ਵਾਲੇ ਆਦਮੀ ਨੂੰ ਸੰਗਤ 'ਚ ਵਿਖਿਆਨ ਨਹੀਂ ਦੇਣਾ ਚਾਹੀਦਾ। ਲੋਕੀ ਇਹ ਸਮਝਦੇ ਵੀ ਸੀ ਕਿ ਜੋ ਕੁਝ ਭਾਈ ਕਰਮ ਸਿੰਘ ਨੇ ਕਿਹਾ ਠੀਕ ਹੈ, ਫਿਰ ਵੀ ਉਹਨੂੰ ਨਿੰਦਣ ਲੱਗ ਪਏ ਤੇ ਪ੍ਰਧਾਨ ਸਿੰਘ ਸਭਾ ਨੇ ਉਸ ਨੂੰ ਗੁਰਦੁਆਰੇ 'ਚੋਂ ਬਾਹਰ ਕਢਾ ਦਿੱਤਾ, ਮਤਲਬ ਕਰਮ ਸਿੰਘ ਨੂੰ। ਥੋੜ੍ਹੇ ਦਿਨਾਂ ਪਿੱਛੋਂ ਪੁਲਿਸ ਨੇ ਭਾਈ ਕਰਮ ਸਿੰਘ ਤੇ ਝੂਠਾ ਮੁਕੱਦਮਾ ਬਣਾਤਾ, ਉਹਨੂੰ 6 ਮਹੀਨੇ ਲਈ ਬੰਨ੍ਹ ਦਿੱਤਾ। ਇਸ ਵਾਕਿਆ ਤੋਂ ਪਿੱਛੋਂ ਲੋਕੀ ਮਾਸਟਰ ਸੰਤ ਸਿੰਘ ਤੋਂ ਹੋਰ ਵੀ ਜ਼ਿਆਦਾ ਡਰਨ ਲੱਗ ਪਏ। ਉਹ ਰਾਵਲਪਿੰਡੀ ਸਿੰਘ ਸਭਾ ਦਾ ਸਕੱਤਰ ਤੇ ਇਲਾਕੇ ਦੇ ਸਭ ਸਿੱਖਾਂ ਦਾ ਆਗੂ ਗਿਣਿਆ ਜਾਂਦਾ ਸੀ। ਜਦ ਗੱਡੀ ਹਸਨ ਅਬਦਾਲ ਤੋਂ ਤੁਰੀ ਤਾਂ ਮਾਤਾ ਜੀ ਮਹਾਤਮਾ ਜੀ ਨੂੰ ਕਹਿਣ ਲੱਗੇ, ਇੰਦਰ, ਮੇਰੀ ਖਾਹਿਸ਼ ਹੈ ਰਾਵਲਪਿੰਡੀ ਉਤਰ ਕੇ ਮੈਂ ਆਪਣੀ ਭੈਣ ਕ੍ਰਿਸ਼ਨਾਵੰਤੀ ਨੂੰ ਮਿਲ ਚੱਲਾਂ। ਛੋਟੀ ਉਮਰ ਤੋਂ ਮੇਰਾ ਉਸ ਨਾਲ ਕਾਫੀ ਮੋਹ ਰਿਹਾ ਹੈ ਤੇ ਉਹ ਮੈਨੂੰ ਸਕੀਆਂ ਭੈਣਾਂ ਵਾਂਗ ਹੀ ਪਿਆਰ ਕਰਦੀ ਹੈ। ਮਹਾਤਮਾ ਜੀ ਨੇ 7 ਬਚਨ ਕਹਿ ਕੇ ਮੰਨ ਲਿਆ ਤੇ ਗੱਡੀ ਜਦ ਰਾਵਲਪਿੰਡੀ ਪਹੁੰਚੀ, ਸਾਰੇ ਉਤਰ ਕੇ ਸਿੱਧੇ ਸੈਦਪੁਰੀ ਮਹੱਲੇ 'ਚ ਬਾਬੂ ਕੇਸਰ ਸਿੰਘ ਦੇ ਘਰ ਗਏ। ਬਾਬੂ ਕੇਸਰ ਸਿੰਘ ਕਲਕੱਤਾ ਦਫ਼ਤਰ 'ਚ ਇੱਕ ਚੰਗੀ ਅਸਾਮੀ 'ਤੇ ਸੀ ਤੇ 400 ਰੁਪਇਆ ਮਹੀਨਾ ਲੈਂਦਾ ਸੀ। ਬਾਬੂ ਜੀ ਤੇ ਮਾਤਾ ਕ੍ਰਿਸ਼ਨਾਵੰਤੀ ਦਾ ਕਾਫੀ ਬਾਗ ਪਰਿਵਾਰ ਸੀ। ਪੁੱਤਰ ਪੋਤਰੇ ਦੋਤਰੇ, ਧਨ ਵੱਲੋਂ ਪਰਮਾਤਮਾ ਨੇ ਬਹੁਤ ਕੁਝ ਬਖਸ਼ਿਆ ਸੀ। ਉਹਨਾਂ ਦਾ ਆਪਣਾ ਮਕਾਨ ਚੰਗਾ ਸੋਹਣਾ ਤੇ ਵੱਡਾ ਸੀ ਤੇ ਮਾਤਾ ਕ੍ਰਿਸ਼ਨਾਵੰਤੀ ਤੇ ਬਾਬੂ ਕੇਸਰ ਸਿੰਘ, ਮਾਤਾ ਭਾਗਵੰਤੀ ਤੇ ਮਹਾਤਮਾ ਜੀ ਨੂੰ ਮਿਲ ਕੇ ਬੜੇ ਗਦਗਦ ਹੋਏ। 2 ਚੁਬਾਰੇ ਉਹਨਾਂ ਦੇ ਰਹਿਣ ਲਈ ਖਾਲੀ ਕਰ ਦਿੱਤੇ ਤੇ ਬੜੀ ਖਾਤਰ ਕੀਤੀ ਤੇ ਮਹਾਤਮਾ ਜੀ ਕੀਰਤਨ ਦੇ ਨੇਮੀ ਸੀ। ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਭਾਈ ਰਾਮ ਸਿੰਘ ਤੇ ਦੇਵੀ ਨੂੰ ਨਾਲ ਲੈ ਕੇ ਆਪਣੇ ਸਾਜ਼ ਚੁੱਕ ਕੇ ਸਿੰਘ ਸਭਾ ਦੇ ਗੁਰਦੁਆਰੇ ਚਲੇ ਗਏ। ਪੰਜਾ ਸਾਹਿਬ ਦੇ ਕੀਰਤਨ ਦੀਆਂ ਗੱਲਾਂ ਪਹਿਲਾਂ ਹੀ ਰਾਵਲਪਿੰਡੀ ਪਹੁੰਚ ਚੁੱਕੀਆਂ ਸੀ ਤੇ ਇਸ ਕਰਕੇ ਰਾਵਲਪਿੰਡੀ ਪਹੁੰਚਦਿਆਂ ਹੀ ਕਈ
ਸਿੰਘ ਬੇਨਤੀ ਕਰਨ ਆ ਗਏ ਕਿ ਸਿੰਘ ਸਭਾ ਦੇ ਗੁਰਦੁਆਰੇ 'ਚ ਕੀਰਤਨ ਜ਼ਰੂਰ ਕਰੋ। ਸਵੇਰੇ ਉੱਥੇ ਖੂਬ ਸੰਗਤ ਜੁੜੀ ਤੇ ਕੀਰਤਨ ਵੀ ਬਹੁਤ ਵੈਰਾਗ ਭਰਿਆ ਹੋਇਆ। ਮਹਾਤਮਾ ਜੀ ਨੇ ਜਦ ਇਹ ਸ਼ਬਦ ਸ਼ੁਰੂ ਕੀਤਾ, ਗਹਿਰੀ ਕਰਕੇ ਨੀਮ ਖੁਦਾਈ ਉੱਪਰ ਮੰਡਪ ਛਾਏ, ਮਾਰ ਕੰਡੇ ਤੇ ਕੋ ਅਧਿਕਾਈ ਜਿਨ ਤ੍ਰਿਣ ਧਰ ਮੂੰਡ ਮਲਾਏ, ਹਮਰੋ ਕਰਤਾ ਰਾਮ ਸਨੇਹੀ, ਕਾਹੇ ਰੇ ਨਰ ਗਰਭ ਕਰਤ ਹੈ, ਬਿਨ ਸਜਾਏ ਝੂਠੀ ਦੇਹੀ ਰਹਾਓ, ਮੇਰੀ ਮੇਰੀ कैरो करते दुर्योधन से पाई, 12 योजन छतर चले था, देही गिरजन खाई, सर्व सोइन की लंका होती, रावण से अधिकाई, कहाँ भयो दर बांधे हाथी, खिन में पई पराई, दुर्वासा से करत ठगौरी, जादव ये फल पाए, किरपा करी जन अपने ऊपर, नाम देव हर गुण गाए। बड़े वैराग भरे प्रमाण दे के ਇਹਨੂੰ ਗਾਵਿਆਂ ਤੇ ਨਾਲ ਹੀ ਨਾਮਦੇਵ ਜੀ ਦਾ ਜੀਵਨ ਪ੍ਰਸੰਗ ਵੀ ਦੱਸਿਆ ਤੇ ਸਰੋਤਿਆਂ ਤੇ ਇਹਦਾ ਡੂੰਘਾ ਅਸਰ ਹੋਇਆ। ਦੀਵਾਨ ਦੀ ਸਮਾਪਤੀ ਉੱਤੇ ਕਈ ਸੱਜਣ ਉੱਠ ਕੇ ਬੇਨਤੀ ਕਰਨ ਲੱਗੇ, ਮਹਾਤਮਾ ਜੀ, ਜਿਸ ਤਰ੍ਹਾਂ ਗੁੱਜਰ ਖਾਨ 'ਚ ਰੰਗ ਬੰਨਿਆ ਸੀ ਉਸੇ ਤਰ੍ਹਾਂ ਇੱਥੇ ਵੀ ਇੱਕ ਹਫ਼ਤਾ ਠਹਿਰ ਕੇ ਸੰਗਤਾਂ ਨੂੰ ਨਿਹਾਲ ਕਰੋ। ਸਾਧੂ ਆਪਣੇ ਆਪ ਨੂੰ ਬੰਧਨ 'ਚ ਨਹੀਂ ਪਾਉਂਦੇ ਤੇ ਮਹਾਤਮਾ ਜੀ ਨੇ ਵੀ ਇਹ ਉੱਤਰ ਦਿੱਤਾ ਕਿ ਜਿੰਨਾ ਚਿਰ ਗੁਰੂ ਦੀ ਰਜ਼ਾ ਹੋਏਗੀ ਆਪ ਦੀ ਸੇਵਾ ਕਰਾਂਗਾ। ਮਹਾਤਮਾ ਜੀ ਨੇ 3 ਦਿਨ ਉੱਥੇ ਕੀਰਤਨ ਕੀਤਾ ਤੇ ਰਾਵਲਪਿੰਡੀ ਦੇ ਸਭ ਸਿੱਖ ਹਿੰਦੂ ਮਹਾਤਮਾ ਜੀ ਤੇ ਮੋਹਿਤ ਹੋ ਗਏ। ਮਾਸਟਰ ਸੰਤ ਸਿੰਘ ਕਿਸੇ ਦੀ ਸੋਭਾ ਨਹੀਂ ਸੀ ਸਹਾਰ ਸਕਦਾ, ਈਰਖਾ ਨਾਲ ਸੜ ਗਿਆ। ਤੀਜੇ ਦਿਨ ਕੀਰਤਨ ਦੀ ਸਮਾਪਤੀ ਉਪਰੰਤ ਉੱਠ ਖਲੋਤਾ ਕਹਿਣ ਲੱਗਾ, ਮੈਂ ਰਾਵਲਪਿੰਡੀ ਦੀ ਸੰਗਤ ਵੱਲੋਂ ਮਹਾਤਮਾ ਜੀ ਦਾ ਬੜਾ ਧੰਨਵਾਦ ਕਰਦਾ ਕਿ ਉਹਨਾਂ ਨੇ ਆਪਣਾ ਬੜਾ ਕੀਮਤੀ ਵਕਤ ਦੇ ਕੇ ਸੰਗਤਾਂ ਨੂੰ ਆਪਣੇ ਕੀਰਤਨ ਨਾਲ ਨਿਹਾਲ ਕੀਤਾ ਹੈ। ਮੇਰੀ ਦਿਲੀ ਇੱਛਾ ਹੈ ਕਿ ਮਹਾਤਮਾ ਜੀ ਕੁਝ ਦਿਨ ਹੋਰ ਵੀ ਸਾਨੂੰ ਬਖਸ਼ਣ। ਚੰਦ ਗੁਰਸਿੱਖਾਂ ਦੇ ਦਿਲਾਂ 'ਚ ਵਿਸਵਿਸਾ ਹੈ ਕਿ ਆਪ ਦਾ ਜਨਮ ਤਾਂ ਇੱਕ ਗੁਰਸਿੱਖ ਦੇ ਘਰ ਹੋਇਆ, ਆਪ ਦੀ ਸੂਰਤ ਤੇ ਆਪ ਦਾ ਸੁੰਦਰ ਦਾੜਾ ਵੀ ਗੁਰਸਿੱਖੀ ਦਾ ਇੱਕ ਨਮੂਨਾ ਹੈ। ਪਰ ਇਹ ਸੁਣ ਕੇ ਸਾਨੂੰ ਬਹੁਤ ਕਲੇਸ਼ ਹੋਇਆ ਕਿ 10ਵੇਂ ਪਾਤਸ਼ਾਹ ਦਾ ਇੱਕ ਸਿੱਖ ਬਾਬਾ ਪਰਮਹੰਸ ਦਾ ਚੇਲਾ ਬਣ ਗਿਆ। ਇਹ ਤਾਂ ਉਹ ਗੱਲ ਹੋਈ ਕਿ ਮਹਾਰਾਜਾ ਪਟਿਆਲੇ ਦਾ ਪੁੱਤਰ ਦਿੱਲੀ ਦੇ ਬਾਣੀਏ ਕੋਲੋਂ ਕਰਜ਼ਾ ਜਾ ਚੁੱਕੇ ਤੇ ਸੰਗਤਾਂ ਇਸ ਗੱਲ ਤੇ ਰੋਸ ਪ੍ਰਗਟ ਕਰਦੀਆਂ ਕਿ ਮਹਾਤਮਾ ਜੀ ਆਪਣੀ ਪੋਜੀਸ਼ਨ ਸਾਫ਼ ਕਰਨ। ਮਹਾਤਮਾ ਜੀ ਸਭ ਗੱਲ ਸਮਝਦੇ ਸੀ, ਉਹਨਾਂ ਨੇ ਇਸ ਵਾਦ ਵਿਵਾਦ 'ਚ ਪੈਣੋਂ ਨਾ ਕਰ ਦਿੱਤੀ। ਫਿਰ ਪ੍ਰਧਾਨ ਸਿੰਘ ਸਭਾ ਨੇ ਉੱਠ ਕੇ ਕਿਹਾ ਕਿ ਜੋ ਸਵਾਲ ਸ੍ਰੀਮਾਨ ਮਾਸਟਰ ਸੰਤ ਸਿੰਘ ਜੀ ਨੇ ਛੇੜਿਆ ਉਹ ਬੜਾ ਜ਼ਰੂਰੀ ਸਵਾਲ ਹੈ। ਸਿੱਖ ਸੰਗਤ ਇਹ ਕਦੀ ਬਰਦਾਸ਼ਤ ਨਹੀਂ ਕਰ ਸਕਦੀ ਕਿ ਆਪਣੇ ਗੁਰਧਾਮਾਂ 'ਚ ਕਿਸੇ ਅਜਿਹੇ ਸੱਜਣ ਨੂੰ ਜਗ੍ਹਾ ਦਿੱਤੀ ਜਾਏ ਜੋ ਜਨਮ ਤੇ ਰੂਪ ਕਰਕੇ ਤਾਂ ਸਿੱਖ ਹੋਵੇ ਪਰ ਇੱਕ ਹਿੰਦੂ ਸਾਧੂ ਨੂੰ 10ਮ ਪਾਤਸ਼ਾਹ ਤੋਂ ਵੱਡਾ ਸਮਝ ਕੇ ਉਹਨੂੰ ਗੁਰੂ ਧਾਰ ਲਵੇ। ਪਰ ਮੈਂ ਇਹ ਨਹੀਂ ਚਾਹੁੰਦਾ ਕਿ ਇਸ ਗੱਲ ਦੀ ਚਰਚਾ ਇਸ ਭਰੀ ਸੰਗਤ ਛੇੜੀ ਜਾਵੇ। ਮੈਂ ਮਾਸਟਰ ਸੰਤ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਮਹਾਤਮਾ ਜੀ ਨਾਲ ਪ੍ਰਾਈਵੇਟ ਗੱਲਬਾਤ ਕਰਕੇ ਕੱਲ੍ਹ ਸੰਗਤ ਦੇ ਸਾਹਮਣੇ ਨਿਰਣਾ ਕਰਨ। ਦੀਵਾਨ ਖਤਮ ਹੋ ਗਿਆ, ਲੋਕਾਂ 'ਚ ਭਾਂਤ ਦੀਆਂ ਗੱਲਾਂ ਸ਼ੁਰੂ। ਮਹਾਤਮਾ ਜੀ ਉੱਠ ਕੇ ਸਿੱਧੇ ਆਪਣੇ ਡੇਰੇ 'ਤੇ ਚਲੇ ਗਏ। ਅਜੇ ਉਹਨਾਂ ਨੂੰ ਆਪਣੇ ਕਮਰੇ 'ਚ ਬੈਠਿਆਂ ਚੰਦ ਮਿੰਟ ਹੋਏ ਸੀ ਕਿ ਮਾਸਟਰ ਸੰਤ ਸਿੰਘ ਹੋਰੀ ਵੀ ਆ ਗਏ। ਮਹਾਤਮਾ ਜੀ ਨੇ ਉਹਨਾਂ ਦਾ ਬੜਾ ਆਦਰ ਭਾਅ ਕੀਤਾ ਤੇ ਬੜੇ ਸਤਿਕਾਰ ਨਾਲ ਬਿਠਾਇਆ। ਬੈਠਣ ਦੇ ਪਿੱਛੋਂ ਇਉਂ ਗੱਲਬਾਤ ਸ਼ੁਰੂ ਹੋਈ। ਮਾਸਟਰ ਸੰਤ ਸਿੰਘ, ਮਹਾਤਮਾ ਜੀ, ਉਮੀਦ ਹੈ ਕਿ ਆਪ ਖਿਮਾ ਕਰੋਗੇ ਕਿ ਮੈਂ ਇਹ ਸਵਾਲ ਭਰੀ ਸੰਗਤ 'ਚ ਛੇੜਿਆ, ਪਰ ਸੱਚ ਜਾਣੋ ਮੈਂ ਮਜਬੂਰ ਸੀ। ਸ਼ਹਿਰ ਦੇ ਘਰ ਘਰ 'ਚ ਇਸ ਗੱਲ ਦੀ ਚਰਚਾ ਹੋ ਰਹੀ ਸੀ ਤੇ ਸਕੱਤਰ ਹੋਣ ਦੀ ਹੈਸੀਅਤ 'ਚ ਮੇਰੇ ਲਈ ਆਪਣੇ ਫਰਜ਼ ਤੋਂ ਕੁਤਾਹੀ ਕਰਨੀ ਮੁਸ਼ਕਲ ਸੀ। ਮਹਾਤਮਾ ਜੀ ਕਹਿਣ ਲੱਗੇ, ਮਾਸਟਰ ਜੀ, ਖਿਮਾ ਕਰਨ ਵਾਲੀ ਕੋਈ ਗੱਲ ਨਹੀਂ। ਆਪ ਦੇ ਦਿਲ 'ਚ ਜੇ ਸ਼ੰਕਾ ਉਪਜੇ ਤੇ ਆਪ ਦਾ ਹੱਕ ਹੈ ਕਿ ਆਪ ਉਹਨੂੰ ਪ੍ਰਗਟ ਕਰ ਦੇ, ਪਰ ਖਿਮਾ ਕਰਨੀ ਅਸਲ ਗੱਲ ਇਹ ਨਹੀਂ। ਮੈਂ ਸਭ ਕੁਝ ਸਮਝਦਾ। ਮਾਸਟਰ ਸੰਤ ਸਿੰਘ ਮੁਸਕਰਾਇਆ, ਉੱਠ ਕੇ ਦਰਵਾਜ਼ਿਓਂ ਬਾਹਰ ਗਿਆ, ਵੇਖਿਆ ਕਿ ਕੋਈ ਆਸ-ਪਾਸ ਖਲੋਤਾ ਤਾਂ ਨਹੀਂ। ਫਿਰ ਵਾਪਸ ਆ ਕੇ ਮਹਾਤਮਾ ਜੀ ਦੇ ਕੋਲ ਬਹਿ ਗਿਆ। ਕਹਿਣ ਲੱਗਾ, ਇੰਦਰ, ਤੂੰ ਮੈਨੂੰ ਪਛਾਣਿਆ ਨਹੀਂ? ਮੈਂ ਤੇਰਾ ਹਮ ਉਮਰ ਤੇ ਹਮ ਜਮਾਤੀ ਹਾਂ। ਸਾਡਾ ਦੋਵਾਂ ਦਾ ਪੇਸ਼ਾ ਵੀ ਇੱਕੋ ਹੀ ਹੈ, ਲੋਕਾਂ ਨੂੰ ਧਰਮ ਦੀ ਅਫੀਮ ਖਵਾ ਕੇ ਉਹਨਾਂ ਦੇ ਧਨ ਤੇ ਰੂਪ ਤੇ ਕਬਜ਼ਾ ਕਰਨਾ। ਕੇਵਲ ਫਰਕ ਇੰਨਾ ਹੈ ਕਿ ਤੂੰ ਜ਼ਿਆਦਾ ਚਲਾਕ ਨਿਕਲਿਆ, ਇਸ ਪੇਸ਼ੇ 'ਚ ਤੂੰ ਜ਼ਿਆਦਾ ਕਾਮਯਾਬ ਹੋਇਆ। ਇੱਕ ਨੌਜਵਾਨ ਤੇ ਖੂਬਸੂਰਤ ਵਿਧਵਾ ਦੇ ਰੂਪ ਤੇ ਧਨ ਦਾ ਤੂੰ ਮਾਲਕ ਬਣਿਆ ਹੋਇਆ। ਜੋ ਗੁਲਸ਼ਰੇ ਤੂੰ ਉਡਾਉਂਦਾ ਮੇਰੇ ਤੋਂ ਭੁੱਲੇ ਨਹੀਂ। ਵੇਖ ਮਿੱਤਰ, ਮੈਨੂੰ ਚਾਹੀਦਾ, ਤੈਨੂੰ ਚਾਹੀਦਾ ਵੰਡ ਛਕਣਾ। ਮਾਸਟਰ ਜੀ, ਜੋ ਗੱਲਾਂ ਤੁਸੀਂ ਕੀਤੀਆਂ ਨੇ ਤੁਹਾਨੂੰ ਸੋਭਦੀਆਂ ਨਹੀਂ, ਮਹਾਤਮਾ ਨੇ ਕਿਹਾ। ਮੈਂ ਕਿਸੇ ਨੂੰ ਧਰਮ ਦੀ ਅਫੀਮ ਨਹੀਂ ਖਵਾਉਂਦਾ। ਧਰਮ ਤਾਂ ਇੱਕ ਰੂਹ ਦੀ ਖੁਰਾਕ ਹੈ। ਜੋ ਇਹਦਾ ਸੇਵਨ ਕਰਦਾ ਹੈ ਉਹ ਪ੍ਰੇਮ ਦੇ ਸਰੂਪ 'ਚ ਮਸਤ ਹੋ ਜਾਂਦਾ ਹੈ। ਜਿਸ ਵਿਧਵਾ ਦਾ ਤੁਸੀਂ ਜ਼ਿਕਰ ਕੀਤਾ ਹੈ ਉਸ ਲਈ ਮੇਰੇ ਦਿਲ 'ਚ ਉਹੀ ਭਾਵ ਹੈ ਜੋ ਇੱਕ ਚੇਲੇ ਦੇ ਆਪਣੇ ਗੁਰੂ ਵੱਲ ਜਾਂ ਇੱਕ ਪੁੱਤਰ ਦੇ ਆਪਣੀ ਮਾਂ ਵੱਲ ਹੁੰਦੇ ਆ। ਮਾਸਟਰ ਸੰਤ ਸਿੰਘ ਕਹਿਣ ਲੱਗੇ, ਇੰਦਰ, ਇਹ ਖੇਖਣ ਨਾ ਕਰ। ਮੈਂ ਸਾਰੀਆਂ ਟੱਟੀਆਂ ਟੱਪ ਚੁੱਕਾਂ। ਮੇਰੇ ਪਾਸੋਂ 50 ਝੂਠੇ ਧਰਮ ਚੁਕਾ ਲਏ। ਮੇਰਾ ਇਹ 'ਚ ਲੱਗਦਾ ਹੀ ਕੀ ਹੈ? ਮੈਂ ਜੋ ਕੁਝ ਆਖਿਆ ਹੈ ਤੂੰ ਮੈਨੂੰ ਇਹਦਾ ਜਵਾਬ ਦੇ। ਮੇਰੇ ਮੂੰਹ 'ਚ ਹੱਡੀ ਦੇ, ਨਹੀਂ ਤੇ ਮੈਂ ਭੌਂਕਾਂਗਾ ਤੇ ਤੈਨੂੰ ਰੱਜ ਕੇ ਖੱਜਲ ਖਰਾਬ ਕਰਾਂਗਾ। ਮਹਾਤਮਾ ਜੀ ਨੂੰ ਇੱਕ ਰੰਗ ਆਉਂਦਾ ਇੱਕ ਜਾਂਦਾ। ਇੰਨੇ ਨੂੰ ਭਾਈ ਕਰਮ ਸਿੰਘ ਸਬਜ਼ੀ ਫਰੋਸ਼ ਅੰਦਰ ਆ ਵੜਿਆ ਤੇ ਮਾਸਟਰ ਸੰਤ ਸਿੰਘ ਨੇ ਗੱਲਬਾਤ ਬਦਲ ਕੇ ਹੋਰ ਸ਼ੁਰੂ ਕਰਤੀ।
ਮਹਾਰਾਜ ਮਹਾਤਮਾ ਜੀ, ਮੇਰੇ ਦਿਲ 'ਚ ਆਪ ਦਾ ਬੜਾ ਸਤਿਕਾਰ ਹੈ। ਜੋ ਕਾਇਆ ਆਪਣੇ ਅੰਮ੍ਰਿਤਸਰ ਦੀ ਪਲਟਾਈ ਹੈ ਉਹ ਮੈਨੂੰ ਸਭ ਪਤਾ ਹੈ। ਮੈਂ ਜਾਣਦਾ ਤੁਸੀਂ ਸੱਚੇ ਧਰਮੀ ਹੋ ਤੋਂ ਦੁਨੀਆ ਦੀ ਪ੍ਰੇਮ ਸਹਿਤ ਸੇਵਾ ਕਰਨ ਵਾਲੇ ਹੋ। ਮੈਂ ਵੀ ਸਮਝਦਾ ਕਿ ਪ੍ਰੇਮ ਨੂੰ ਨੇਮ ਨਹੀਂ ਹੁੰਦਾ। ਇਸ ਤਰ੍ਹਾਂ ਇੱਕ ਧਰਮੀ ਪੁਰਸ਼ ਇੱਕ ਲਕੀਰ ਦੇ ਅੰਦਰ ਕੀਲਿਆ ਨਹੀਂ ਰਹਿੰਦਾ। ਪਰ ਤੁਸੀਂ ਇਸ ਗੱਲ ਨੂੰ ਸਾਡੀ ਜਗ੍ਹਾ ਖਲੋ ਕੇ ਵੀ ਵਿਚਾਰਨਾ ਕਿ ਅਸੀਂ ਕੀ ਕਰੀਏ। ਜਿਸ ਗੱਲ ਦੀ ਘਰ ਘਰ ਚਰਚਾ ਹੋ ਜਾਏ, ਅਸੀਂ ਪਬਲਿਕ ਦੇ ਸੇਵਾਦਾਰ ਉਸ ਗੱਲ ਨੂੰ ਠੱਪ ਨਹੀਂ ਸਕਦੇ। ਮਹਾਤਮਾ ਜੀ ਹੈਰਾਨ ਹੋ ਗਏ ਕਿ ਹੁਣ ਕੀ ਗੱਲਾਂ ਕਰਦਾ ਸੀ। ਭਾਈ ਕਰਮ ਸਿੰਘ ਦੇ ਆਉਣ 'ਤੇ ਕਿਸ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਪਿਆ। ਮਹਾਤਮਾ ਜੀ ਕੁਝ ਬੋਲਣ ਹੀ ਲੱਗੇ ਸੀ ਕਿ ਮਾਸਟਰ ਸੰਤ ਸਿੰਘ ਉੱਠ ਖਲੋਤਾ ਅਤੇ ਮਹਾਤਮਾ ਜੀ ਨੂੰ ਜੱਫੀ ਪਾ ਕੇ ਬੜੇ ਪ੍ਰੇਮ ਨਾਲ ਕਹਿਣ ਲੱਗਾ, ਅੱਛਾ ਮਹਾਤਮਾ ਜੀ, ਤੁਸੀਂ ਮੈਨੂੰ ਛੁੱਟੀ ਦਿਓ। ਭਾਈ ਕਰਮ ਸਿੰਘ ਜੋ ਇੱਥੇ ਆਇਆ ਹੈ ਬੜਾ ਕਰਨੀ ਵਾਲਾ ਸਿੱਖ ਹੈ। ਮੈਂ ਚਾਹੁੰਦਾ ਤੁਸੀਂ ਇਹਦੇ ਨਾਲ ਇਕੱਲੇ ਹੀ ਬੈਠ ਕੇ ਵਿਚਾਰ ਕਰੋ। ਇਹ ਕਹਿ ਕੇ ਮਾਸਟਰ ਸੰਤ ਸਿੰਘ ਦਾ ਪੱਤਰਾ ਵੱਜ ਗਿਆ ਅਤੇ ਮਹਾਤਮਾ ਜੀ ਅਤੇ ਭਾਈ ਕਰਮ ਸਿੰਘ ਹੈਰਾਨ ਹੋ ਕੇ 5 ਕੁ ਮਿੰਟ ਚੁੱਪਚਾਪ ਬੈਠੇ ਰਹੇ। ਧੰਨਵਾਦ।